ਅੱਛਾ, ਸੋਰਸਿਸ ਵੀ ਕਰ ਲਏ ਸੀ ਆਪਾਂ, ਪਾਰਲੀਮੈਂਟ ਐਕਟਸ, ਪ੍ਰੈਰੋਗੇਟਿਵਸ ਉਹ ਸਾਰਾ ਕਰ ਲਿਆ ਹੋਇਆ ਹੈ ਨਾ। ਹਾਂਜੀ ਸਰ। ਤੁਸੀਂ ਮੇਰੇ ਨਾਲ ਕਨਵਰਸੇਸ਼ਨ ਤੇ ਰਹਿਣਾ, ਫੇਰ ਹੀ ਥੋੜਾ ਪਤਾ ਲੱਗੂਗਾ। ਜੀ ਹਾਂਜੀ ਹਾਂਜੀ ਸਰ, ਠੀਕ ਹੈ ਸਰ। ਠੀਕ ਹੈ। ਅੱਛਾ, ਉਸ ਤੋਂ ਬਾਅਦ ਪਾਵਰਸ ਐਂਡ ਫੰਕਸ਼ਨਸ ਵੀ ਕਰ ਲਏ ਹੋਏ ਨਾ। ਦੇਖੋ ਸਿੱਧੀ ਜੀ ਗੱਲ ਹੈ, ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਰਾਸ਼ਟਰਪਤੀ ਹੈ। ਜੋ ਕੰਮ ਭਾਰਤ ਦੇ ਵਿੱਚ ਰਾਸ਼ਟਰਪਤੀ ਕਰਦਾ, ਉਹੀ ਕੰਮ ਰਾਜਾ ਜਿਹੜਾ ਹੈਗਾ ਉਹ ਇੰਗਲੈਂਡ ਦੇ ਵਿੱਚ ਕਰਦਾ। ਹਾਂਜੀ ਸਰ। ਸਮਝ ਗਏ? ਇੰਗਲੈਂਡ ਦੇ ਵਿੱਚ ਜੀ ਰਾਜਾ ਉਹੀ ਕੰਮ ਕਰਦਾ ਹੈ ਜਿਹੜਾ ਸਰ ਤੁਸੀਂ ਮਿਊਟ ਹੋ ਗਏ ਹੋ। ਹੁਣ ਆ ਰਹੀ ਆਵਾਜ਼? ਹਾਂਜੀ ਸਰ, ਜੀ ਸਰ ਆ ਗਈ। ਹਾਂ ਠੀਕ ਹੈ। ਅੱਛਾ, ਹੁਣ ਇਹਦੇ ਵਿੱਚ ਲੈਜਿਸਲੇਟਿਵ ਪਾਵਰਸ ਕਿਹੜੀਆਂ ਕਿਹੜੀਆਂ ਮੈਂ ਦੱਸ ਦਿੰਦਾ ਤੁਹਾਨੂੰ। ਟੂ ਕਨਵੀਨ ਐਂਡ ਪ੍ਰੋਗਿਓਰ ਦਾ ਸੈਸ਼ਨ ਆਫ ਪਾਰਲੀਮੈਂਟ, ਮਤਲਬ ਪਾਰਲੀਮੈਂਟ ਜਿਹੜੀ ਸੰਸਦ ਹੈ ਉਹਦਾ ਸੈਸ਼ਨ ਬੁਲਾਉਂਦਾ ਹੈ। ਫਿਰ ਸੰਸਦ ਦੇ ਸੈਸ਼ਨ ਦੀ ਇਨੋਗ੍ਰੇਸ਼ਨ ਕਰਦਾ ਹੈ। ਫਿਰ ਜਿਹੜੇ ਬਿੱਲ ਪਾਸ ਕਰਦਾ ਹੈ ਪਾਰਲੀਮੈਂਟ ਇੰਗਲੈਂਡ ਦਾ, ਉਹਨੂੰ ਜਿਹੜਾ ਹੈ ਆਪਣੀ ਮਨਜ਼ੂਰੀ ਦਿੰਦਾ ਹੈ। ਫਿਰ ਕਿੰਗ ਕੈਨ ਇਸ਼ੂ ਆਰਡਰਸ ਇਨ ਕਾਉਂਸਲ। ਇਹ ਥੋੜਾ ਜਿਹਾ ਡਿਫਰੈਂਟ ਹੈ, ਇਹ ਸਮਝ ਲਓ। ਜਿਹੜਾ ਅੱਜ ਕੱਲ ਪਾਰਲੀਮੈਂਟ ਹੈਗਾ ਇੰਗਲੈਂਡ ਦੇ ਵਿੱਚ, ਉਹਨੂੰ ਕਈ ਤਰ੍ਹਾਂ ਦੇ ਕਾਨੂੰਨਾਂ ਉੱਤੇ ਜਿਹੜਾ ਹੈ ਆਪਣਾ ਜਿਹੜਾ ਹੈ ਪਾਸ ਕਰਨੇ ਪੈਂਦੇ ਆ। ਸੋ ਉਹ ਕਹਿੰਦੇ ਕਿ ਜਿਹੜੇ ਸਾਰੇ ਬਿੱਲ ਹੈ ਉਹਨਾਂ ਨੂੰ ਡਿਟੇਲ ਚ ਆਪਾਂ ਡਿਸਕਸ ਨਹੀਂ ਕਰ ਸਕਦੇ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ। ਸੋ ਜਿਹੜੇ ਬਿਲਸ ਅਨਡਿਸਕਸਡ ਰਹਿ ਜਾਂਦੇ ਆ, ਉਹਨੂੰ ਜਿਹੜਾ ਹੈਗਾ ਕਿੰਗ ਜਿਹੜਾ ਹੈ, ਕਿੰਗ ਜਿਹੜੀ ਕੌਂਸਲ ਹੈ ਆਰਡਰ ਕਰ ਦਿੰਦੀ ਹੈ। ਉਹ ਆਰਡਰ ਰਾਹੀਂ ਜਿਹੜੇ ਕਾਨੂੰਨ ਹੈ ਉਹ ਪਾਸ ਕਰ ਦਿੱਤੇ ਜਾਂਦੇ ਆ, ਔਰ ਉਸ ਤੋਂ ਬਾਅਦ ਉਹ ਰਾਣੀ ਕੋ ਚਲੇ ਜਾਂਦੇ ਆ ਜਾਂ ਰਾਜੇ ਕੋ ਚਲੇ ਜਾਂਦੇ ਆ, ਔਰ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਕਿ ਲਾਗੂ ਕਰ ਦਿੱਤਾ ਜਾਂਦਾ। ਠੀਕ ਹੈ ਜੀ। ਜੀ ਸਰ। ਫਿਰ ਜਿਹੜਾ ਕਾਮਨ ਸਦਨ ਹੈ ਉਹਨੂੰ ਭੰਗ ਕਰ ਸਕਦਾ ਹੈ। ਭਾਰਤ ਦੇ ਵਿੱਚ ਰਾਸ਼ਟਰਪਤੀ ਕਰ ਸਕਦਾ ਹੈ, ਤੇ ਇੱਥੇ ਜਿਹੜਾ ਹੈ ਪ੍ਰਧਾਨ ਮੰਤਰੀ ਕਰ ਸਕਦਾ, ਆਪਣੇ ਰਾਜਾ ਕਰ ਸਕਦਾ ਹੈ। ਅੱਛਾ, ਫਿਰ ਜਿਹੜੇ ਉੱਪਰਲਾ ਸਦਨ ਹੈਗਾ ਹੈ, ਜਿੱਦਾਂ ਹਾਊਸ ਆਫ ਲਾਰਡ ਸਦਨ ਉੱਪਰਲਾ ਸਦਨ ਹੈ। ਭਾਰਤ ਦੇ ਵਿੱਚ ਉਤਲਾ ਸਦਨ ਕਿਹੜਾ ਹੈ? ਰਾਜ ਸਭਾ। ਸੋ ਇੱਥੇ ਜਿਹੜੇ ਉੱਥੇ ਰਾਸ਼ਟਰਪਤੀ 12 ਮੈਂਬਰ ਮਨੋਨੀਤ ਕਰਦਾ ਹੈ ਰਾਜ ਸਭਾ ਚ ਭਾਰਤ ਦੇ ਵਿੱਚ। ਤਾਂ ਇੱਥੇ ਜਿਹੜਾ ਹੈਗਾ ਰਾਜਾ ਜਿਹੜਾ ਹੈਗਾ ਉਹ ਜਿਹੜੇ ਪੀਅਰ ਹੁੰਦੇ ਆ, ਜਿਹੜੇ ਵੱਡੇ ਅਹੁਦੇ ਵਾਲੇ ਜਿਹੜੇ ਹੁੰਦੇ ਆ, ਲਾਰਡਸ ਹੁੰਦੇ, ਉਹਨਾਂ ਦੀ ਨਿਯੁਕਤੀ ਜਿਹੜਾ ਹੈ ਉਹ ਰਾਜਾ ਕਰਦਾ। ਠੀਕ ਹੈ ਜੀ। ਜੀ ਸਰ। ਉਸ ਤੋਂ ਬਾਅਦ ਹੁਣ ਨਿਆਇਕ ਸ਼ਕਤੀਆਂ ਕਿਹੜੀਆਂ ਕਿਹੜੀਆਂ ਰਾਜੇ ਕੋਲ? ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈਗੇ ਆ ਜਾਂ ਚਰਚਾ ਜੱਜ ਹੈਗੇ ਆ, ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਰਾਜੇ ਦੁਆਰਾ ਕੀਤੀ ਜਾਂਦੀ ਹੈ। ਹਾਂ, ਫਿਰ ਜਿਹੜੇ ਹੇਠਲੀਆਂ ਅਦਾਲਤਾਂ ਦੇ ਜੱਜ ਵਗੈਰਾ ਹੈਗੇ ਆ, ਠੀਕ ਹੈ, ਉਹਨਾਂ ਦੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਕਿ ਜਦੋਂ ਇੰਗਲੈਂਡ ਦੀ ਰਾਜਨੀਤਿਕ ਵਿਵਸਥਾ ਸਾਡੇ ਸਾਹਮਣੇ ਆਈ ਸੀ, ਉਸ ਵੇਲੇ ਉੱਥੇ ਸੁਪਰੀਮ ਕੋਰਟ ਦੀ ਵਿਵਸਥਾ ਨਹੀਂ ਸੀ, ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜਾ ਆਪਣੇ ਹੈ ਜੁਡੀਸ਼ਰੀ ਹੈ, ਉਹਦੇ ਕੋਲ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਨਹੀਂ ਹੈਗੀ। ਭਾਰਤ ਦੇ ਵਿੱਚ ਜੁਡੀਸ਼ੀਅਲ ਰਿਵਿਊ ਹੈਗਾ ਨਾ, ਪਰ ਇੰਗਲੈਂਡ 'ਚ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ। 2009 ਦੇ ਵਿੱਚ ਇੰਗਲੈਂਡ ਦੀ ਸੰਸਦ ਨੇ ਇੱਕ ਕਾਨੂੰਨ ਪਾਸ ਕੀਤਾ ਸੰਸਦ ਦੇ ਵਿੱਚ, ਜਿਹਦੇ ਰਾਹੀਂ ਜਿਹੜਾ ਇੰਗਲੈਂਡ ਸੀਗਾ ਉਹਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ, ਪਹਿਲੇ ਨਹੀਂ ਸੀ। 2009 ਯਾਦ ਕਰ ਲਓ, ਲਿਖ ਲਓ ਜਾਂ ਕਿਤੇ। ਹਾਂਜੀ ਸਰ, 2009 ਦੇ ਵਿੱਚ। ਓਕੇ ਸਰ। 2009 ਦੇ ਵਿੱਚ ਜਿਹੜੀ ਸੀ ਇਹ ਵਿਵਸਥਾ ਜਿਹੜੀ ਸੀ ਉਹ ਕੀਤੀ ਗਈ। ਫਿਰ ਸੈਕੰਡ ਇਹਦੇ ਵਿੱਚ ਜਿਹੜਾ ਜੁਡੀਸ਼ੀਅਲ ਫੰਕਸ਼ਨ ਹੈਗਾ, Lord Chancellor, who is member of the cabinet, supervises the whole administration of justice on the behalf of king appointed by the king। ਜਿਹੜਾ ਲਾਰਡ ਚਾਂਸਲਰ ਦੀ ਨਿਯੁਕਤੀ ਹੈ ਉਹਦੇ ਵਿੱਚ ਵੀ ਰਾਜਾ ਜਿਹੜਾ ਅਹਿਮ ਭੂਮਿਕਾ ਨਿਭਾਉਂਦਾ ਹੈ। ਹੁਣ ਰਾਜਾ ਜਦੋਂ ਆਪਾਂ ਕਹਿ ਰਹੇ ਹਾਂ, ਰਾਜਾ ਮਤਲਬ ਪ੍ਰਧਾਨ ਮੰਤਰੀ ਔਰ ਉਸਦਾ ਮੰਤਰੀ ਮੰਡਲ, ਕਿਉਂਕਿ ਜਿਹੜਾ ਰਾਜਾ ਹੈ ਨਾਮਾਤਰ ਕਾਰਜਪਾਲਿਕਾ ਹੈ ਉੱਥੇ, ਤੇ ਜਿਹੜੀ ਆਪਣੇ ਰੀਅਲ ਐਗਜ਼ੈਕਟਿਵ ਉੱਥੇ ਕੌਣ ਹੈ? ਰੀਅਲ ਐਗਜ਼ੈਕਟਿਵ ਉੱਥੇ ਆਪਣੇ ਇਹ ਹੈਗਾ ਸੰਸਦ ਤੇ ਪ੍ਰਧਾਨ ਮੰਤਰੀ, ਜਾਂ ਜਿਹੜਾ ਪ੍ਰਧਾਨ ਮੰਤਰੀ ਦਾ ਮੰਤਰੀ ਮੰਡਲ ਹੈ ਉਹੀ ਜਿਹੜਾ ਉੱਥੇ ਕੰਮ ਜਿਹੜਾ ਉਹ ਕਰਦਾ। ਠੀਕ ਹੈ ਜੀ। ਇਹ ਕੁਝ ਇੰਪੋਰਟੈਂਟ ਜਿਹੜੇ ਸੀਗੇ ਉਹ ਕਿੰਗ ਕਰਦਾ। ਹੁਣ ਇਹ ਤੁਸੀਂ ਇਹ ਵਾਲਾ ਕੁਐਸਚਨ ਪਹਿਲਾਂ ਵੀ ਕੀਤਾ ਹੋਣਾ BA ਫਾਈਨਲ ਦੇ ਵਿੱਚ,
The king of Great Britain is not a fifth wheel of the coach. ਸੋ ਇਹਦੇ ਵਿੱਚ ਆਪਾਂ ਕੀ ਕਰਨਾ, ਇਹਦੇ ਵਿੱਚ ਰਾਜੇ ਦੀ ਭੂਮਿਕਾ ਦਾ ਵਰਣਨ ਕਰਨਾ। ਅਸੀਂ ਇਹ ਕਹਿਣਾ ਕਿ ਜਿਹੜਾ ਭਾਰਤ ਦੇ ਵਿੱਚ ਰਾਜਾ ਹੈ ਉਹ ਜਿਹੜੀ ਪਹੀਆ ਆਪਣੇ ਪੰਜ ਪਹੀਆ ਜਿਹੜੀ ਸਵਾਰੀ ਹੁੰਦੀ ਆ ਉਹਦਾ ਪੰਜਵਾਂ ਪਹੀਆ ਨਹੀਂ ਹੈ ਰਾਜਾ ਉੱਥੇ। ਠੀਕ ਹੈ ਜੀ। ਹਾਂਜੀ in ਸਰ। the appointment of the prime minister, prime minister ਦੀ appointment ਕਿੱਦਾਂ ਹੁੰਦੀ ਜੋਤੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ? ਸਰ ਪ੍ਰਾਈਮ ਮਿਨਿਸਟਰ ਦੀ। ਪ੍ਰਾਈਮ ਮਿਨਿਸਟਰ ਕਿਹਨੂੰ ਬਣਾਇਆ ਜਾਂਦਾ ਇੰਡੀਆ 'ਚ? ਰਾਸ਼ਟਰਪਤੀ ਕਿਹਨੂੰ ਪ੍ਰਾਈਮ ਮਿਨਿਸਟਰ ਨਿਯੁਕਤ ਕਰਦਾ? सर मुख्यमंत्री की सहमति से बनाया जाता है प्रधानमंत्री। प्रधानमंत्री मुख्यमंत्री तो स्टेट च हो गया ना, प्रधानमंत्री की गल किहनू बनाना? ये तो तुहानू पता होना चाहिए। भुल गया? हाँ जी सर। ਇਹਦਾ ਹੁਣ ਕਿਸੇ ਹੋਰ ਨੂੰ ਪਤਾ ਲੱਗੇ ਤਾਂ ਬੜੇ ਸ਼ਰਮ ਦੀ ਗੱਲ ਹੋਣੀ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਯੁਕਤੀ ਕਿਸ ਤਰ੍ਹਾਂ ਕਿਹਨੂੰ ਬਣਾਇਆ ਜਾਂਦਾ। ਐਵੇਂ ਤਾਂ ਜਣੇ ਖਣੇ ਨੂੰ ਆਪਾਂ ਪ੍ਰਧਾਨ ਮੰਤਰੀ ਨਹੀਂ ਨਾ ਬਣਾ ਸਕਦੇ। सर हाँ जी सर, जो भारत का नागरिक होवे। नहीं वो तो ਕੁਆਲੀਫਿਕੇਸ਼ਨਾਂ ਹੋ ਗਈਆਂ ਨਾ, ਉਹ ਨਹੀਂ। ਰਾਸ਼ਟਰਪਤੀ ਭਾਰਤ ਦੇ ਵਿੱਚ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਹਨੂੰ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਾਂ ਜਿਹੜੇ ਜਨਰਲ ਇਲੈਕਸ਼ਨਸ ਦੇ ਵਿੱਚ ਜਿਹਨੂੰ ਜਿਹੜਾ ਹੈ ਸੰਸਦ ਦਾ ਜਿਹੜੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੁੰਦਾ ਲੋਕ ਸਭਾ ਉਹਦੇ ਨੇਤਾ ਨੂੰ ਪ੍ਰਧਾਨ ਮੰਤਰੀ ਬਣਾਇਆ। ਇੰਗਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ, ਪਰ ਇੰਗਲੈਂਡ ਦੇ ਵਿੱਚ ਇੱਕ ਪਰੰਪਰਾ ਵੀ ਐਸਟੈਬਲਿਸ਼ ਹੋਈ ਹੈ ਕਿ ਇੰਗਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਹਮੇਸ਼ਾ ਜਿਹੜਾ ਨੀਚਲਾ ਸਦਨ ਹੈ ਹਾਊਸ ਆਫ ਕਾਮਨਸ, ਕਾਮਨ ਸਦਨ ਦੇ ਵਿੱਚ ਹੁੰਦਾ। ਭਾਰਤ ਦੇ ਵਿੱਚ ਵੀ ਇਹ ਪਰੰਪਰਾ ਡਿਵੈਲਪ ਹੋਈ ਸੀਗੀ, ਪਰ ਭਾਰਤ ਦੇ ਵਿੱਚ ਇਹ ਪਰੰਪਰਾ ਜਿਹੜੀ ਹੈ ਕਈ ਵਾਰੀ ਤੋੜ ਦਿੱਤੀ ਗਈ ਕਿਉਂਕਿ ਜਦੋਂ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਸੀਗੇ ਤੇ ਉਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜ ਸਭਾ ਦੇ ਮੈਂਬਰ ਸੀਗੇ, ਲੋਕ ਸਭਾ ਤੋਂ ਨਹੀਂ ਸੀਗੇ। ਇਸ ਤਰ੍ਹਾਂ ਇੰਦਰਾ ਗਾਂਧੀ ਵੀ ਜਦੋਂ 1977 ਦੇ ਵਿੱਚ ਇਲੈਕਸ਼ਨ ਹਾਰ ਗਈ, ਉਹ ਵੀ ਫਿਰ ਬਾਅਦ ਦੇ ਵਿੱਚ ਜਿਹੜੀ ਹੈ ਰਾਜ ਸਭਾ ਦੀ ਮੈਂਬਰ ਜਿਹੜੀ ਹੈ ਉਹ ਬਣੀ ਸੀ। ਸੋ ਪਰ ਇੰਗਲੈਂਡ ਦੇ ਵਿੱਚ ਹਲੇ ਤੱਕ ਜਿਹੜੀ ਇਹ ਪ੍ਰਥਾ ਹੈ ਉਹ ਤੋੜੀ ਨਹੀਂ ਗਈ ਕਿ ਪ੍ਰਧਾਨ ਮੰਤਰੀ ਉਸ ਵਿਅਕਤੀ ਨੂੰ ਬਣਾਇਆ ਜਾਂਦਾ ਹੈ। ਇੰਗਲੈਂਡ ਦੇ ਵਿੱਚ ਰਾਜਾ ਉਸ ਵਿਅਕਤੀ ਨੂੰ ਨਿਯੁਕਤ ਕਰਦਾ ਹੈ ਜਿਹਨੂੰ ਹਾਊਸ ਆਫ ਕਾਮਨ ਸਦਨ ਦੇ ਵਿੱਚ ਬਹੁਮਤ ਪ੍ਰਾਪਤ ਹੈ। ਬਹੁਮਤ, ਠੀਕ ਹੈ ਜੀ, ਸਮਝ ਗਏ ਗੱਲ? ਠੀਕ ਹੈ ਜੀ। ਇਹਦੇ ਵਿੱਚ ਹੁਣ ਜਿਹੜਾ ਪਹਿਲਾ ਪੁਆਇੰਟ ਆਣਾ ਹੈ ਕਿ ਇਨ ਦੀ ਅਪਾਇੰਟਮੈਂਟ ਆਫ ਦੀ ਪ੍ਰਾਈਮ ਮਿਨਿਸਟਰ, ਠੀਕ ਹੈ। ਸਪੈਸ਼ਲ ਸਿਚੁਏਸ਼ਨ ਅਗਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲੇ ਫਿਰ ਕਿਹਨੂੰ ਆਪਾਂ ਪ੍ਰਧਾਨ ਮੰਤਰੀ ਨਿਯੁਕਤ ਕਰਾਂਗੇ? ਫਿਰ ਆਪਾਂ ਕਿਹਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਾਂਗੇ? ਜਿੱਦਾਂ ਭਾਰਤ ਦੇ ਵਿੱਚ ਸਰ ਅਗਰ ਬਹੁਮਤ ਨਾ ਹੋਵੇ ਫਿਰ ਕਿਹੜੀ ਪਾਰਟੀ ਨੂੰ ਜਿਹੜਾ ਹੈ ਰਾਸ਼ਟਰਪਤੀ ਜਾਂ ਇੰਗਲੈਂਡ ਦੇ ਵਿੱਚ ਰਾਜਾ ਜਾਂ ਰਾਣੀ ਸਰਕਾਰ ਬਣਾਉਣ ਲਈ ਬੁਲਾਉਂਦੇ? ਸਰ ਉੱਚ ਸਦਨ ਦੇ ਫਿਰ ਪਾਰਟੀ ਦੇ ਮੈਂਬਰ ਨਹੀਂ। ਤੁਹਾਨੂੰ ਕੁਝ ਵੀ ਨਹੀਂ ਪਤਾ? ਤੁਹਾਨੂੰ ਸਰ ਨੇ ਕਰਾਇਆ ਨਹੀਂ ਸੀਗਾ, ਰਣਜੀਤ ਸਰ ਨੇ ਸੈਕੰਡ ਈਅਰ ਦੇ ਵਿੱਚ BA 2 ਦੇ ਵਿੱਚ? ਉਸ ਵਿਅਕਤੀ ਅਗਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਪਹਿਲੀ ਸਿਚੁਏਸ਼ਨ ਇਹ ਹੁੰਦੀ ਹੈ ਕਿ ਜਿਹੜੀ ਪਾਰਟੀ ਨੂੰ ਸਭ ਨਾਲੋਂ ਜ਼ਿਆਦਾ ਸੀਟਾਂ ਮਿਲਦੀਆਂ, ਜਿੱਦਾਂ 1996 ਚ ਹੋਇਆ ਸੀ ਜਦੋਂ ਅਟਲ ਬਿਹਾਰੀ ਵਾਜਪਾਈ ਦੀ BJP ਨੂੰ 165 ਸੀਟਾਂ ਮਿਲੀਆਂ ਸੀ ਸੰਸਦ ਦੇ ਵਿੱਚ, ਲੋਕ ਸਭਾ ਇਲੈਕਸ਼ਨ ਦੇ ਵਿੱਚ, ਪਰ ਉਹਨੂੰ ਬਹੁਮਤ ਨਹੀਂ ਮਿਲਿਆ ਸੀ। ਠੀਕ ਹੈ ਜੀ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਕੀਤਾ ਜਾਂਦਾ ਹੈ, ਅਗਰ ਕਿਸੇ ਵੀ ਦਲ ਨੂੰ ਬਹੁਮਤ ਨਾ ਮਿਲੇ ਉਹਨੂੰ ਜਿਹੜਾ ਹੈਗਾ ਉਹ ਬਣਾਇਆ ਜਾਂਦਾ। ਠੀਕ ਹੈ। ਫਿਰ ਕਿੰਗ ਦਾ ਰੋਲ ਇਨ ਡੈਸੀਡੇਸ਼ਨ, ਉਹ ਇਹਦੇ ਵਿੱਚ ਇਹ ਦੱਸਣਾ ਹੈਗਾ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੈ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਜਿਸ ਵਿਅਕਤੀ ਕੋਲ ਬਹੁਮਤ ਹੁੰਦਾ। ਠੀਕ ਹੈ। ਫਿਰ ਜਦੋਂ ਕਾਮਨ ਸਦਨ ਨੂੰ ਭੰਗ ਕਰਨਾ ਹੈ ਉਹਦੇ ਵਿੱਚ ਵੀ ਕਾਮਨ ਸਦਨ ਨੂੰ ਜਿਹੜਾ ਰਾਜਾ ਹੈਗਾ ਉਹ ਆਪਣੇ ਆਪ ਨਹੀਂ ਭੰਗ ਕਰ ਸਕਦਾ। ਪ੍ਰਧਾਨ ਮੰਤਰੀ ਔਰ ਉਸਦਾ ਮੰਤਰੀ ਮੰਡਲ ਜਦੋਂ ਤੱਕ ਸਿਫਾਰਿਸ਼ ਨਹੀਂ ਕਰੇਗਾ ਉਦੋਂ ਤੱਕ ਕਾਮਨ ਸਦਨ ਨੂੰ ਭੰਗ ਨਹੀਂ ਕੀਤਾ ਜਾਂਦਾ। आवाज आ रही है? दोबारा आवाज आ रही है? ज्योति आवाज आ रही मेरी?
ज्योति आवाज आ रही मेरी? हाँ जी सर हुन आ गई हाँ ਵਿੱਚ ਟੁੱਟ ਗਿਆ ਸੀ सर ਕਨੈਕਸ਼ਨ। कट हो ਹਾਂ ਕੱਟ ਹੋ ਗਿਆ ਸੀਗਾ ਹਾਂ। हाँ जी सर ਅੱਛਾ ਇਹਦੇ ਵਿੱਚ ਇੱਕ ਵਿਚਾਰਕ ਹੋਏ ਆ ਇੰਗਲੈਂਡ ਦੇ ਬਹੁਤ ਫੇਮਸ, ਉਹਨਾਂ ਨੇ ਕਿਹਾ there is no doubt that in last 100 years or so king has never rejected the recommendation of prime minister। ਹਾਂਜੀ ਆਵਾਜ਼ ਆ ਗਈ? हाँ जी सर आ गई सर ਮੈਂ ਵੀਡੀਓ ਆਫ ਕਰਦਾ ਤਾਂ ਹੀ ਮੈਨੂੰ ਲੱਗਦਾ ਕੱਟਦਾ ਪਿਆ। ਅੱਛਾ ਉਹ ओके ਕੀ ਕਹਿੰਦੇ ਕਿ ਪਿਛਲੇ ਅਗਰ 100 ਸਾਲਾਂ ਚ ਆਪਾਂ ਦੇਖੀਏ ਤਾਂ ਕੋਈ ਵੀ ਰਾਜਾ ਇਹੋ ਜਿਹਾ ਨਹੀਂ ਹੋਇਆ ਜਿਸਨੇ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੋਂ ਬਗੈਰ ਜਿਹੜਾ ਲਾਰਡਸ ਸਦਨ ਹੈਗਾ ਹੈ ਉਹ ਸੌਰੀ ਕਾਮਨ ਸਦਨ ਹੈ ਉਹਨੂੰ ਭੰਗ ਕਰ ਦਿੱਤਾ ਹੋਵੇ। ਪਰ 1931 ਦੇ ਵਿੱਚ ਕਿੰਗ ਜਾਰਜ ਰੈਂਡਰ ਸੱਚ ਐਡਵਾਈਸ ਟੂ ਰਾਮਸੇ ਮੈਕਡੋਨਲਡ। ਠੀਕ ਹੈ ਕਹਿੰਦਾ 1931 ਦੇ ਵਿੱਚ ਇੱਕ ਵਾਰੀ ਇਦਾਂ ਹੋਇਆ ਕਿ ਜਿਹੜਾ ਉਸ ਸਮੇਂ ਰਾਜਾ ਸੀਗਾ ਕਿੰਗ ਜੌਨ ਪੰਜਵਾਂ, ਉਹਨੇ ਜਿਹੜਾ ਰਾਮਸੇ ਮੈਕਡੋਨਲਡ ਉਸ ਵੇਲੇ ਜਿਹੜੇ ਸੀਗੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸੀ, ਉਹਨੂੰ ਇਹ ਸਲਾਹ ਦਿੱਤੀ ਸੀ, ਉਹਨੂੰ ਸਲਾਹ ਰਾਜੇ ਨੇ ਦਿੱਤੀ ਸੀ ਮਤਲਬ। ਠੀਕ ਹੈ ਜੀ। ਫਿਰ ਜਿਹੜਾ ਰਾਜਾ ਹੁੰਦਾ ਇੰਗਲੈਂਡ ਦੇ ਵਿੱਚ ਉਹ ਸੰਵਿਧਾਨ ਦਾ ਰੱਖਿਅਕ ਹੁੰਦਾ। ਇਹਦੇ ਵਿੱਚ ਇੱਕ ਵਿਚਾਰਕ ਹੋਇਆ ਕੁਇੰਟਨ ਹੌਗ। ਉਹ ਕੀ ਕਹਿੰਦੇ ਨੇ ਕਿੰਗ ਇਜ਼ ਐਸੈਂਸ਼ਲੀ ਅ ਪਰਸਨਲ ਟਰਸਟੀ ਐਂਡ ਅ ਗਾਰਡੀਅਨ ਆਫ ਦੀ ਕਨਸਟੀਟਿਊਸ਼ਨ। ਜਿੱਦਾਂ ਭਾਰਤ ਦੇ ਵਿੱਚ ਰਾਸ਼ਟਰਪਤੀ ਨੂੰ ਸੰਵਿਧਾਨ ਦਾ ਜਿਹੜਾ ਹੈਗਾ ਉਹ ਰੱਖਿਅਕ ਜਿਹੜਾ ਹੈ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਜਿਹੜਾ ਇੰਗਲੈਂਡ ਹੈ ਉਹਦੇ ਵਿੱਚ ਜਿਹੜਾ ਹੈਗਾ ਰਾਜੇ ਨੂੰ ਸੰਵਿਧਾਨ ਦਾ ਰੱਖਿਅਕ ਦੇ ਰੂਪ ਦੇ ਵਿੱਚ ਜਿਹੜਾ ਵੇਖਿਆ ਜਾਂਦਾ। ਠੀਕ ਹੈ ਜੀ। ਫਿਰ ਰਾਈਟ ਟੂ ਵਾਰਨ ਹੈਗਾ ਉਹਦੇ ਕੋਲ। ਫਿਰ ਰਾਈਟ ਕਿੰਗ ਇਜ਼ ਅ ਸਿੰਬਲ ਆਫ ਯੂਨਿਟੀ ਹੈਗਾ। ਕਿੰਗ ਇਜ਼ ਅ ਸੋਸ਼ਲ ਹੈਡ ਹੈਗਾ। ਫਿਰ ਇੰਟੈਗਰਲ ਪਾਰਟ ਆਫ ਬ੍ਰਿਟਿਸ਼ ਕਨਸਟੀਟਿਊਸ਼ਨਲ ਸਿਸਟਮ ਹੈਗਾ ਰਾਜਾ ਜਿਹੜਾ ਹੈਗਾ। ਫਿਰ ਇਸ ਤਰ੍ਹਾਂ ਰਾਜੇ ਨੂੰ ਸਲਾਹ ਦੇਣ ਦਾ ਜਿਹੜਾ ਅਧਿਕਾਰ ਵੀ ਹੈਗਾ। ਫਿਰ ਰਾਜੇ ਨੂੰ ਜੋ ਪ੍ਰਧਾਨ ਮੰਤਰੀ ਔਰ ਉਸ ਦਾ ਮੰਤਰੀ ਮੰਡਲ ਕੰਮ ਕਰਦਾ ਉਹਦੇ ਬਾਰੇ ਜਾਣਕਾਰੀ ਲੈਣ ਦਾ ਅਧਿਕਾਰ ਵੀ ਉਹਨੂੰ ਜਿਹੜਾ ਹੈਗਾ ਪ੍ਰਾਪਤ ਹੈਗਾ। ਫਿਰ ਜਿਹੜੇ ਵੱਖ-ਵੱਖ ਧਿਰ ਹੁੰਦੇ ਆ ਇੰਗਲੈਂਡ ਦੇ ਵਿੱਚ ਉਹਦੇ ਨਾਲ ਜਿਹੜਾ ਬਣਾ ਕੇ ਜਿਹੜਾ ਰਾਜਾ ਜਿਹੜਾ ਰੱਖਦਾ। ਸੋ ਇਹ ਸਾਰੇ ਪੁਆਇੰਟ ਲਿਖਣ ਤੋਂ ਬਾਅਦ ਅਸੀਂ ਇਹ ਕਹਿਣਾ ਹੈਗਾ ਕਿ ਇੰਗਲੈਂਡ ਦੇ ਵਿੱਚ ਜਿਹੜਾ ਰਾਜਾ ਹੈ ਉਹ ਪੰਜਵਾਂ ਪਹੀਆ ਨਹੀਂ ਹੈ। ਇੰਗਲੈਂਡ ਦੇ ਵਿੱਚ ਜਿਹੜਾ ਰਾਜਾ ਹੈ ਇੱਕ ਸੰਵਿਧਾਨਿਕ ਮੁਖੀਏ ਦੀ ਜਿਹੜੀ ਭੂਮਿਕਾ ਹੈ ਉਹ ਨਿਭਾਉਂਦਾ ਹੈ। ਸੋ ਇਹ ਕੁਐਸਚਨ ਤੁਸੀਂ ਜਿਹੜਾ ਇਦਾਂ ਕਰਨਾ। ठीक है सर ਹੁਣ ਕੱਲ ਨੂੰ ਅਸੀਂ ਜਿਹੜਾ ਹੈ ਕਿੰਗ ਡਸ ਨਾਟ ਨੋ ਰੋਂਗ। ਆਪਾਂ ਹੁਣ ਕੀ ਕਰਨਾ ਹੈਗਾ ਜੋਤੀ, ਆਪਾਂ 3 ਦਿਨ ਇੰਗਲੈਂਡ ਦਾ ਕਰਾਂਗੇ, 3 ਦਿਨ ਅਮਰੀਕਾ ਦਾ ਕਰਾਂਗੇ। ओके सर ਕਿਉਂਕਿ ओके ਇਹਦਾ ਸਿਲੇਬਸ ਬਹੁਤ ਜ਼ਿਆਦਾ ਹੈ ਆਪਣੇ ਪੇਪਰ ਦਾ। ਉਦਾਂ ਵੈਸੇ ਪੇਪਰ ਆਸਾਨ ਹੈ ਲੇਕਿਨ ਸਿਲੇਬਸ ਜ਼ਿਆਦਾ ਹੈ। हाँ जी सर ਬਾਕੀ ਜਿਹੜਾ ਕੁਐਸਚਨ ਕੋਈ ਸਮਝ ਨਹੀਂ ਲੱਗੂਗਾ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਲਿਖਾ ਵੀ ਦਊਂਗਾ। ओके सर ओके ਤੇ ਬਾਕੀ ਇੱਥੇ ਕੁੜੀਆਂ ਘੁੰਮਦੀਆਂ ਪਈਆਂ ਕਾਲਜ ਹੀ ਸਾਰੀਆਂ। सर वो अपने फ्रीशिप वाला जो फॉर्म है ना वो भराना ही है उन्हें शायद आज। ਅੱਛਾ ਅੱਛਾ। हाँ ਬਾਕੀ ਮੈਂ जी सर ਲੈਕਚਰ ਨਾ ਹੁਣ ਰਿਕਾਰਡ ਹੋ ਗਿਆ ਲੈਕਚਰ ਤੇ ਮੈਂ ਇਹਨੂੰ ਲੋਡ ਵੀ ਕਰ ਦਿੰਦਾ। जी सर ठीक है ਤੇ ਆਪਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਰਿਕਾਰਡਡ ਲੈਕਚਰ ਪਾਇਆ ਕਰਾਂ ਕਿ ਲਾਈਵ ਕਲਾਸ ਲਾਣੀ ਹੈ? सर मैं मैंने तो रिकॉर्डिंग ਵਿੱਚ ਵੀ ਠੀਕ ਹੈ ਤੇ ਲਾਈਵ 'ਚ ਵੀ ਠੀਕ ਹੈ, ਮੈਨੂੰ ਸਰ ਕੋਈ ਪ੍ਰੋਬਲਮ ਨਹੀਂ, ਦੋਨੋਂ ਤਰ੍ਹਾਂ ਠੀਕ ਹੈ। ਬਾਕੀ ਬਾਕੀ ਆ ਸਰ ਪਤਾ ਨਹੀਂ ਕੋਈ ਵੀ ਅਟੈਂਡ ਨਹੀਂ ਕਰਦਾ। ਨਹੀਂ ਤੁਸੀਂ ਰੋਜ਼ ਫਿਰ 11 ਵਜੇ ਦਾ ਟਾਈਮ ਰੱਖ ਲਓ, ਤੁਸੀਂ ਅਟੈਂਡ ਕਰਿਆ ਕਰੋ। ਸਰ ਪਤਾ ਕਿ ਮਤਲਬ ਸਿਰਫ ਤੁਹਾਡੀ ਕਲਾਸ ਨਹੀਂ ਕਿਸੇ ਵੀ ਟੀਚਰ ਦੀ ਕੋਈ ਬੱਚਾ ਮਤਲਬ ਅਟੈਂਡ ਨਹੀਂ ਕਰਦਾ, ਸਿਰਫ ਇੱਕ ਦੋ ਸਟੂਡੈਂਟ ਹੈ, ਬॉयਜ਼ ਚ ਤਾਂ ਹੈ ਹੀ ਇੱਕ ਦੋ ਹੈ, ਗਰਲਸ ਵੀ ਇੱਕ ਦੋ ਹੀ ਹੈ ਜੋ ਅਟੈਂਡ ਬॉयਜ਼ ਕਰਦੀ ਨੂੰ ਹੈ। ਮੈਂ ਵੈਸੇ ਮੈਂ ਵੀਡੀਓ ਵੀ ਪਾ ਦਿਆ ਕਰਨਾ ਤੁਹਾਨੂੰ ਤੇ ਠੀਕ ਹੈ ਕਿਉਂਕਿ ਸਰ ਰਿਕਾਰਡਿੰਗ ਹੋਗੀ ਮੈਂ ਪਾ ਦੇਣੀ ਤੁਹਾਨੂੰ ਰਿਕਾਰਡਿੰਗ ਅੱਜ। ਓਕੇ ਸਰ ਓਕੇ ਹੁਣੀ ਅਪਲੋਡ ਕਰ ਲੈਣੀ ਤਾਂ ਦੇਖ ਲਈਓ ਤੁਸੀਂ, ਬਾਕੀ ਹਾਂਜੀ ਇਹਨੂੰ ਸਰ ਦੇਖ ਲੈਣਾ। ਠੀਕ ਠੀਕ ਹੈ ਹੈ ਸਰ। ਤੇ ਅਟੈਂਡੈਂਸ ਜ਼ਰੂਰ ਆਪਣੀ ਰੈਗੂਲਰ ਜਿਹੜੀ ਹੈ ਉਹ ਭੇਜਿਆ ਕਰੋ। ਸਰ ਉਹ ਗਰੁੱਪ ਚ ਭੇਜਣੇ ਕਿ YouTube ਤੇ? ਦੋਨੋਂ ਜਗ੍ਹਾ, ਗਰੁੱਪ 'ਚ ਵੀ ਭੇਜਣੀ ਹੈ YouTube ਤੇ, ਮਤਲਬ ਉਹਦੇ ਤੇ ਲਿਖ ਕੇ ਭੇਜਣੀ ਹੈ। ਹਾਂਜੀ ਹਾਂਜੀ ਸਰ ਠੀਕ ਹੈ। ਤਾਂ ਜਿੱਦਾਂ ਭੇਜਦੇ ਹੋ ਤੁਸੀਂ ਉਦਾਂ ਹੀ ਭੇਜਣਾ। ਓਕੇ ਸਰ ਤੇ ਸਿਰਫ ਇੱਕ ਦਿਨ ਜਦੋਂ 2 ਦਿਨ ਮੇਰੇ ਵੋਟਰ ਅਵੇਅਰਨੈਸ ਕੈਂਪ ਆ ਉਦੋਂ ਕਲਾਸ ਮੈਂ ਲਾਈਵ ਨਹੀਂ ਲਊਂਗਾ, ਬਾਕੀ ਦਿਨ ਮੈਂ ਲਾਈਵ ਕਲਾਸ ਵੀ ਲਊਂਗਾ। ਠੀਕ ਹੈ ਸਰ ਠੀਕ। ਤੇ ਬਾਕੀ ਇਹਨਾਂ ਨੂੰ ਦੱਸ ਦੀ ਜਿਹਨੇ ਲਾਣੀ ਲਾਣ, ਜਿਹਨੇ ਨਹੀਂ ਲਾਣੀ ਨਾ ਲਾਣ। ਹਾਂਜੀ ਸਰ ਠੀਕ ਹੈ। ਅਗਰ ਹੁਣ ਦੇਖੋ ਨਾ ਕੋਈ ਕੁਐਸਚਨ ਲਿਖਾਣਾ ਹੋਵੇ ਤਾਂ ਮੈਂ ਕਿੱਦਾਂ ਲਿਖਾਊਂਗਾ? ਮੈਂ ਇਦਾਂ ਹੀ ਹਾਂਜੀ ਸਰ ਹਾਂਜੀ ਸਰ ਕੁਐਸਚਨਿੰਗ ਵੀ ਥੋੜੀ ਬਹੁਤੀ ਹੋ ਜਾਂਦੀ, ਹੁਣ ਕਈ ਵਾਰੀ ਜਦੋਂ ਸਾਨੂੰ ਨਹੀਂ ਪਤਾ ਹੁੰਦਾ ਉਹ ਤੁਸੀਂ ਮਤਲਬ ਸਾਨੂੰ ਦੁਬਾਰਾ ਦੱਸ ਸਕਦੇ ਹੋ, ਅਸੀਂ ਲਿਖ ਲੈਂਦੇ ਹਾਂ ਚੀਜ਼। ਹਾਂਜੀ
ਜੀ ਸਰ। ਇੱਕ ਨਾ ਜਦੋਂ ਵੀ ਕਲਾਸ ਲਾਣੀ ਨਾ ਆਪਣੇ ਜਿੱਥੇ ਬਿਲਕੁਲ ਰੌਲਾ ਨਹੀਂ ਨਾ ਹੁੰਦਾ ਉੱਥੇ ਲਾਇਆ ਕਰ ਬੈਠ ਉੱਪਰ ਚੱਲ ਜਾਇਆ ਕਰ ਕੋਠੇ ਠੀਕ ਤੇ ਹੈ ਜਾਂ ਸਰ। ਮਤਲਬ ਜਿੱਥੇ ਜਿੱਥੇ ਸਿਗਨਲ ਪ੍ਰੋਪਰ ਆਏ। ਅੱਜ 3 ਵਾਰੀ ਜਿਹੜੀ ਕਲਾਸ ਟੁੱਟੀ ਹੈਗੀ। ਹਾਂਜੀ ਸਰ। ਚਲੋ ਠੀਕ ਹੈ ਤੇ ਮੈਂ ਓਕੇ ਸਰ। ਕੱਲ ਨੂੰ ਫਿਰ ਇਸ ਤੋਂ ਅੱਗੇ ਆਪਾਂ ਚੱਲਾਂਗੇ। ਫਿਰ ਇੱਕ ਅਗਲਾ ਜਿਹੜਾ ਆਪਾਂ ਕੁਐਸਚਨ ਕਰਨਾ ਦਾ ਕਿੰਗ ਡਸ ਨਾਟ ਡੂ ਰੋਂਗ, ਇੱਕ ਇਹ ਕੁਐਸਚਨ ਬਣਦਾ ਹੈ। ਫਿਰ ਇੱਕ ਕੁਐਸਚਨ ਬਣਦਾ ਕਿ ਹਲੇ ਤੱਕ ਇੰਗਲੈਂਡ ਦੇ ਵਿੱਚ ਜਿਹੜੀ ਮੋਨਾਰਕੀ ਹੈ ਉਹ ਕਿਉਂ ਕੰਟੀਨਿਊਡ ਹੈ। ਬਾਕੀ ਸਾਰੀ ਜਗ੍ਹਾ ਰਾਜਤੰਤਰੀ ਵਿਵਸਥਾ ਖਤਮ ਹੋ ਗਈ। ਨੇਪਾਲ ਵਾਸ ਦੀ ਲਾਸਟ ਕੰਟਰੀ ਜਿੱਥੇ ਰਾਜਤੰਤਰ ਜਿਹੜਾ ਸੀ ਖਤਮ ਹੋਇਆ। ਇੱਕ ਨੇਪਾਲ 'ਚ ਰਾਜਤੰਤਰ ਚੱਲ ਰਿਹਾ ਸੀ ਤਾਂ ਇੱਕ ਇੰਗਲੈਂਡ 'ਚ ਚੱਲ ਰਿਹਾ ਸੀ। ਨੇਪਾਲ 'ਚ ਵੀ ਖਤਮ ਹੋ ਚੁੱਕਾ ਹੈ ਰਾਜਤੰਤਰ। ਓਕੇ। ਸੋ ਇਹ ਆਪਾਂ ਕੁਐਸਚਨ 2 ਕਰਕੇ ਤਾਂ ਫਿਰ ਸਾਡਾ ਇਹ ਚੈਪਟਰ ਜਿਹੜਾ ਹੈਗਾ ਉਹ ਖਤਮ ਹੋ ਗਿਆ। ਠੀਕ ਹੈ, ਇੱਕ ਥੋੜਾ ਜਿਹਾ ਸਾਰਾ ਪੜ੍ਹ ਲਈਓ ਕਿ ਹਾਂਜੀ ਪ੍ਰਧਾਨ ਹਾਂਜੀ ਮੰਤਰੀ ਦੀ ਨਿਯੁਕਤੀ ਕਿੱਦਾਂ ਹੁੰਦੀ ਹੈ, ਸਾਰਾ ਕੁਝ ਦੇਖ ਲਈਓ। ਠੀਕ ਹੈ, ਠੀਕ ਹੈ। ਠੀਕ ਹੈ ਥੈਂਕ ਯੂ। ਓਕੇ ਸਰ, ਥੈਂਕ ਯੂ ਸਰ।